ਪੀਵੈ ਸੁਣ ਸ਼ਬਦ ਵਿਚਾਰਾ, ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਰੋਜ਼ਾਨਾ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 277 ਦੇ ਉੱਪਰ ਅੰਕਿਤ ਗੌੜੀ ਰਾਗ ਦੇ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ 11ਵੀਂ ਅਸ਼ਟਪਦੀ ਦੇ ਪਹਿਲੇ ਪਦੇ ਦੀ ਵਿਚਾਰ ਕੱਲ੍ਹ ਆਪਾਂ ਕੀਤੀ ਸੀ। ਅੱਜ ਦੂਸਰੇ ਪਦੇ ਤੋਂ ਵਿਚਾਰ ਸ਼ੁਰੂ ਹੋ ਰਹੀ ਹੈ। ਉਹ ਕਰੀਏ ਦੀਦਾਰ ਜੀ। ਪ੍ਰਭ ਭਾਵੈ ਮਾਨੁਖ ਗਤ ਪਾਵੈ। ਸਾਨੂੰ ਗੁਰੂ ਪਾਤਸ਼ਾਹ ਦੇ ਉਪਦੇਸ਼ ਸਿਖਾਉਂਦੇ ਨੇ ਅਸੀਂ ਜੀਵਨ ਜਿਉਣਾ ਹੈ ਜੋ ਵਾਹਿਗੁਰੂ ਜੀ ਨੂੰ ਚੰਗਾ ਲੱਗੇ। ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ਾਂ ਨੂੰ ਫੋਲੋ ਕਰਕੇ, ਉਹਦੇ ਨਿਯਮਾਂ ਨੂੰ ਫੋਲੋ ਕਰਕੇ, ਜਿਵੇਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨ ਕੇ। ਗੁਰਬਾਣੀ ਦੀਆਂ ਸਿੱਖਿਆਵਾਂ ਸਾਡੀ ਸੋਚ ਤੇ ਸਾਡੇ ਸੁਭਾਅ ਦੇ ਨਾਲ ਸੰਬੰਧਿਤ ਨੇ। ਸਾਨੂੰ ਜ਼ੁਬਾਨ ਸੰਭਾਲਣੀ ਸਿਖਾਉਂਦੇ ਨੇ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ। ਸਾਡੇ ਜੀਵਨ ਨੂੰ ਮੈਨੇਜ ਕਰਨਾ ਸਿਖਾਉਂਦੀ ਹੈ ਗੁਰਬਾਣੀ ਦੀ ਸਿੱਖਿਆ। ਜਿਉਂ-ਜਿਉਂ ਅਸੀਂ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪੜਚੋਲਾਂਗੇ, ਸੰਵਾਰਾਂਗੇ, ਸ਼ਿੰਗਾਰਾਂਗੇ, ਸੁਭਾਅ ਗੁਰਮੁਖ ਬਣਦਾ ਜਾਏਗਾ, ਸੋਚ ਗੁਰਮਤ ਵਾਲੀ ਬਣਦੀ ਜਾਏਗੀ, ਪ੍ਰਭੂ ਨੂੰ ਪਾਵੇਗੀ, ਬੜੀ ਚੰਗੀ ਲੱਗੇਗੀ। ਜਿਹੜੇ ਸੋਚ ਸੁਭਾਅ ਮਨੁੱਖ ਰੱਬ ਨੂੰ ਚੰਗੇ ਲੱਗਦੇ ਨੇ, ਭਾ ਜਾਂਦੇ ਨੇ, ਉਹਨਾਂ ਦੇ ਕੋਲ ਉੱਚੀ ਅਵਸਥਾ ਹੁੰਦੀ ਹੈ, ਗਤ ਭਾਵ। ਉਹਨਾਂ ਦੀ ਸੋਚ ਉੱਚੀ, ਉਹਨਾਂ ਦੇ ਮਿਸ਼ਨ ਵੱਡੇ, ਉਹਨਾਂ ਦਾ ਸੁਭਾਅ ਬਾਕਮਾਲ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਜਿਹੜਾ ਪੱਥਰ ਦਿਲ ਵਾਲਾ, ਜਿਹਨੂੰ ਦੂਸਰੇ ਦਾ ਦਰਦ ਦੁੱਖ ਮਹਿਸੂਸ ਹੀ ਨਹੀਂ ਹੁੰਦਾ, ਉਹ ਆਪਣੀ ਜ਼ੁਬਾਨ ਨਾਲ, ਆਪਣੇ ਬਿਹੇਵੀਅਰ ਦੇ ਨਾਲ ਝੋਟਾ ਮਾਰਦਾ ਹੈ, ਆਪਣਿਆਂ ਨੂੰ ਹੀ ਦੁਖੀ ਕਰਦਾ ਹੈ। ਪੱਥਰ ਦਿਲ ਹੈ, ਉਹਨੂੰ ਮਹਿਸੂਸ ਹੀ ਨਹੀਂ ਹੁੰਦਾ। ਜੇ ਉਹ ਵੀ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਲਵੇ, ਪ੍ਰਭੂ ਨੂੰ ਪਾ ਜਾਵੇ, ਤੇ ਉਹ ਪੱਥਰ ਹਿਰਦਾ ਵੀ ਤਰ ਜਾਂਦਾ ਹੈ, ਭਾਵ ਉਹ ਵੀ ਪਿੰਗਲ ਜਾਂਦਾ ਹੈ, ਨਰਮ ਸੁਭਾਅ ਵਾਲਾ, ਕੋਮਲ ਸੁਭਾਅ ਵਾਲਾ ਬਣ ਜਾਂਦਾ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜਿਵੇਂ ਸਰੀਰ ਹੈ, ਸਵਾਸਾਂ ਤੋਂ ਬਿਨਾਂ ਨਹੀਂ ਚੱਲ ਸਕਦਾ। ਸਰੀਰ ਦੇ ਸਵਾਸ ਬਰੀਥਿੰਗ ਸਿਸਟਮ ਹੈ, ਹਵਾ ਅੰਦਰ ਜਾਂਦੀ ਹੈ, ਬਾਹਰ ਆਉਂਦੀ ਹੈ। ਜੀਵਨ ਦੇ ਅੰਦਰਲੇ ਜੀਵਨ ਦੇ ਸਵਾਸ ਨੇ ਗੁਣ, ਪ੍ਰਭੂ ਦੀ ਭੈ ਭਾਵਨੀ। ਜਿਹੜੇ ਇਸ ਤੋਂ ਸਖਣੇ ਨੇ, ਜਿਨ੍ਹਾਂ ਦੇ ਕੋਲ ਪ੍ਰਭੂ ਦੀ ਭੈ ਭਾਵਨੀ ਨਹੀਂ, ਰੱਬ ਤੋਂ ਡਰ ਕੇ ਨਹੀਂ ਫੈਸਲਾ ਲੈਂਦੇ, ਉਹਨਾਂ ਦੇ ਅੰਦਰ ਗੁਣ ਕੋਈ ਨਹੀਂ, ਹੰਕਾਰ ਹੈ, ਲੋਭ ਲਾਲਚ ਹੈ, ਫਸੇ ਹੋਏ ਨੇ। ਪਰ ਜੇ ਭਾਵਨਾ ਬਣ ਜਾਵੇ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ, ਤੇ ਵਾਹਿਗੁਰੂ ਜੀ ਨੂੰ ਬੜੇ ਚੰਗੇ ਲੱਗਦੇ ਨੇ। ਫਿਰ ਉਹ ਬਿਨਾਂ ਸਾਸ ਤੇ ਰੱਖੈ, ਉਹਨਾਂ ਦੀ ਰੱਖਿਆ ਕਰਦੇ ਨੇ, ਉਹਨਾਂ ਨੂੰ ਗੁਣ ਦੇ ਦਿੰਦੇ ਨੇ। ਅੰਦਰਲੇ ਸੁਭਾਅ ਦੇ ਸਵਾਸ ਦੇ, ਅੰਦਰਲੇ ਜੀਵਨ ਦੇ ਸਵਾਸ ਨੇ ਰੱਬ ਦੀ ਭੈ ਭਾਵਨੀ ਤੇ ਰੱਬ ਦੇ ਗੁਣ, ਫਿਰ ਦੇ ਦਿੰਦੇ ਨੇ। ਜਿਹਦੇ ਕੋਲੇ ਨਹੀਂ ਹੈ ਉਹਨੂੰ ਵੀ ਦੇ ਦਿੰਦੇ ਨੇ, ਉਹਦੀ ਰੱਖਿਆ ਕਰ ਦਿੰਦੇ। ਪ੍ਰਭ ਭਾਵੈ ਤਾਂ ਹਰ ਗੁਣ ਭਖ ਹੈ। ਵਾਹਿਗੁਰੂ ਜੀ ਨੂੰ ਜਦੋਂ ਜੀਵਨ ਚੰਗਾ ਲੱਗਦਾ ਹੈ, ਰੱਬ ਦੇ ਗੁਣਾਂ ਨੂੰ ਗਾਉਂਦਾ ਹੈ। ਗਾਉਣ ਦੇ ਅਰਥ ਹੈ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ, ਪਰਉਪਕਾਰ ਲਈ ਵਰਤਣਾ, ਤੇ ਫਿਰ ਦਾਤ ਮਿਲ ਜਾਂਦੀ ਹੈ। ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਜਿਹੜਾ ਸੁਭਾਅ ਗਿਰਿਆ ਹੋਇਆ, ਸੋਚ ਗਿਰੀ ਹੋਈ ਹੈ, ਵਿਚਾਰ ਗਿਰੇ ਹੋਏ ਨੇ, ਨੀਚ ਵਿਚਾਰ ਨੇ, ਪਤਿਤ ਗਿਰਿਆ ਹੋਇਆ ਜੀਵਨ, ਉਸ ਪਾਸੇ ਤੁਰਦਾ ਹੈ, ਰੱਬ ਨੂੰ ਚੰਗਾ ਲੱਗਦਾ ਹੈ, ਜੋ ਪਤਿਤ ਨੂੰ ਉਧਾਰ ਦਿੰਦਾ ਹੈ। ਲੇਖਾ ਜੋਖਾ ਨਹੀਂ ਕਰਦਾ। ਇਸ ਕਨਸੈਪਟ ਨੂੰ ਸਮਝਿਓ। ਮਨੁੱਖ ਜਦੋਂ ਆਪਣੇ ਸਾਹਮਣੇ ਕਿਸੇ ਦੀ ਇੱਕ ਗਲਤੀ ਨੂੰ ਮਨ ਤੇ ਲਾ ਲੈਂਦਾ ਹੈ, ਉਹ ਆਪਣੀ ਲੱਖ ਗਲਤੀ ਸੁਧਾਰ ਲਵੇ, ਉਹਨੂੰ ਉਹ ਚੰਗਾ ਹੀ ਨਹੀਂ ਲੱਗਦਾ, ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ। ਪਰ ਰੱਬ ਨਫ਼ਰਤ ਨਹੀਂ ਕਰਦਾ, ਉਹਦੀ ਗਿਰੀ ਹੋਈ ਸੋਚ ਨੂੰ ਦੇਖ ਕੇ ਨਫ਼ਰਤ ਨਹੀਂ ਕਰਦਾ। ਜਦੋਂ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ ਹੈ, ਭਾਵਨਾ ਬਣ ਗਈ ਆਪਣੇ ਆਪ ਨੂੰ ਸੁਧਾਰਨ ਦੀ, ਪ੍ਰਭੂ ਨੂੰ ਪਾ ਜਾਂਦਾ ਹੈ, ਤੇ ਫਿਰ ਉਹ ਗਿਰੇ ਹੋਏ ਨੂੰ ਵੀ ਉਠਾ ਲੈਂਦਾ ਹੈ। ਆਪ ਕਰੈ ਆਪਨ ਵਿਚਾਰ ਹੈ। ਇਹ ਸਾਰਾ ਕੁਝ ਵਾਹਿਗੁਰੂ ਜੀ ਦਾ ਆਪਣਾ ਪੈਦਾ ਕੀਤਾ ਹੋਇਆ, ਤੇ ਉਹਦੀ ਵਿਚਾਰ ਕਰਦੇ ਨੇ, ਭਾਵ ਆਪਣੇ ਨਿਜ਼ਮ ਵਿੱਚ ਚਲਾ ਰਹੇ ਨੇ ਸਾਰਿਆਂ ਨੂੰ।
ਦੋਹਾਂ ਸਿਰਿਆਂ ਕਾ ਆਪ ਸੁਆਮੀ। ਇੱਕ ਸੁੱਖ ਹੈ, ਇੱਕ ਦੁੱਖ ਹੈ, ਇੱਕ ਖੁਸ਼ੀ ਹੈ, ਇੱਕ ਗਮੀ ਹੈ, ਇੱਕ ਚਿੰਤਾ ਹੈ, ਇੱਕ ਆਨੰਦ ਹੈ। ਇੱਕ ਬਿਲਕੁਲ ਘਟੀਆ ਸੋਚ ਹੈ, ਬਿਲਕੁਲ ਉੱਤਮ ਸੋਚ ਹੈ। ਇੱਕ ਬਿਨਾਂ ਨਿਸ਼ਾਨੇ, ਬਿਨਾਂ ਏਮ ਤੋਂ ਜੀਵਨ ਹੈ, ਇੱਕ ਉੱਚੇ ਨਿਸ਼ਾਨਿਆਂ ਵਾਲਾ ਜੀਵਨ ਹੈ। ਦੋ ਸਿਰੇ ਨੇ, ਇੱਕ ਬਿਲਕੁਲ ਨਖਿੱਧ, ਇੱਕ ਬਿਲਕੁਲ ਉੱਤਮ। ਦੋਨਾਂ ਦਾ ਮਾਲਕ ਆਪ ਹੈ। ਦੋਨਾਂ ਅਵਸਥਾਵਾਂ ਤੇ ਉਹਦਾ ਨਿਜ਼ਮ ਚੱਲਦਾ ਹੈ। ਖੇਲ ਹੈ, ਬਿਗਸ ਹੈ, ਅੰਤਰਜਾਮੀ, ਇਹ ਉਹਦੀ ਖੇਲ ਹੈ, ਚੱਲ ਰਹੀ ਹੈ। ਵੇਖ ਰਹੇ ਨੇ, ਉਹਦਾ ਨਿਜ਼ਮ ਬਾਅਦ ਚੌਟ ਕਰ ਰਿਹਾ ਹੈ। ਉਹ ਅੰਤਰਜਾਮੀ ਹੈ, ਸਭ ਦੇ ਦਿਲਾਂ ਦੀ ਜਾਣਨਹਾਰ ਨੇ ਵਾਹਿਗੁਰੂ ਜੀ। ਜੋ ਭਾਵੈ ਸੋ ਕਾਰ ਕਰਾਵੈ। ਫਿਰ ਜਿਸ ਤਰ੍ਹਾਂ ਦੀ ਉਹਦੀ ਭਾਵਨਾ ਹੈ, ਜਿਸ ਤਰ੍ਹਾਂ ਦੇ ਜਜ਼ਬਾਤ ਨੇ, ਜਿਸ ਤਰ੍ਹਾਂ ਦੀ ਵਿਚਾਰ ਹੈ, ਜਿਸ ਤਰ੍ਹਾਂ ਦੀ ਸੋਚ ਹੈ, ਰੱਬ ਦੇ ਨਿਯਮ ਅਨੁਸਾਰ ਉਸਨੂੰ ਉਸ ਤਰ੍ਹਾਂ ਦੀ ਜੀਵਨ ਮਿਲ ਜਾਂਦਾ ਹੈ। ਉਸ ਪਾਸੇ ਉਹਦੀ ਦਿਸ਼ਾ ਹੋ ਜਾਂਦੀ ਹੈ, ਉਹਦਾ ਨੂੰ ਜੀਵਨ ਤੁਰਿਆ ਰਹਿੰਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਇਹ ਨਾਨਕ ਜੀ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਬਣ ਗਈ ਕਿ ਮੇਰੇ ਲਈ ਸਭ ਤੋਂ ਉੱਤਮ ਹੈ ਮੇਰਾ ਪਿਆਰਾ ਵਾਹਿਗੁਰੂ ਜੀ, ਉਹਨਾਂ ਦੀਆਂ ਨਜ਼ਰਾਂ ਵਿੱਚ ਕੋਈ ਹੋਰ ਨਹੀਂ ਆਉਂਦਾ। ਕਿਉਂਕਿ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਜੋ ਉੱਪਰ ਦੱਸਿਆ ਗਿਆ, ਉਹਦੇ ਨਿਜ਼ਮ ਦੀ ਸਮਝ ਆ ਗਈ, ਵਾਹਿਗੁਰੂ ਜੀ ਦੀਆਂ ਬਖਸ਼ਾਂ ਦੀ ਸਮਝ ਆ ਗਈ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਂਦੇ ਨੇ। ਉਹਨਾਂ ਦੀ ਨਜ਼ਰ ਵਿੱਚ ਕੋਈ ਹੋਰ ਨਹੀਂ ਹੁੰਦਾ। ਕਹੋ ਮਾਨੁਖ ਤੇ ਕਿਆ ਹੋਏ ਆਵੈ। ਜੇ ਮਨੁੱਖ ਕਹੇ ਮੈਂ ਆਪਣੇ ਯਤਨਾਂ ਨਾਲ ਆਹ ਕਰ ਲਾਂਗਾ, ਇੱਦਾਂ ਨਹੀਂ, ਉਹਨੂੰ ਸਮਰਪਿਤ ਹੋਣਾ ਪੈਣਾ। ਮਿਹਨਤੀ ਬਣਨਾ ਪਵੇਗਾ, ਆਪਾ ਵਾਰਨਾ ਪਵੇਗਾ, ਨਿਜ਼ਮ ਨੂੰ ਫੋਲੋ ਕਰਨਾ ਹੋਏਗਾ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਚੱਲਣਾ ਹੋਏਗਾ। ਰਿਜ਼ਲਟ ਵਾਹਿਗੁਰੂ ਜੀ ਦੇ ਹੱਥ ਵਿੱਚ। ਕਦੋਂ ਦਿੰਦੇ ਨੇ, ਨਹੀਂ ਦਿੰਦੇ, ਇਹ ਸਭ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਸਾਡੇ ਆਪਣੇ ਯਤਨਾਂ ਨਾਲ ਨਹੀਂ। ਕਹੋ ਮਾਨੁਖ ਤੇ ਕਿਆ ਹੋਇਆ ਵਾ, ਜੋ ਤਿਸ ਭਾਵੈ ਸੋਈ ਕਰਾਵੈ। ਉਹਨੂੰ ਜੋ ਪਾਉਂਦਾ ਨਾ, ਉਸ ਤਰ੍ਹਾਂ ਦਾ ਮਾਹੌਲ ਬਣਾ ਦਿੰਦੇ ਨੇ ਵਾਹਿਗੁਰੂ ਜੀ। ਸਾਨੂੰ ਹਮੇਸ਼ਾ ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਉਹਨੂੰ ਸਮਰਪਿਤ ਹੋ ਕੇ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਰੱਬੀ ਉਪਦੇਸ਼ਾਂ ਨੂੰ ਫੋਲੋ ਕਰਕੇ ਜੀਵਨ ਜਿਉਣਾ ਚਾਹੀਦਾ ਹੈ। ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ। ਕਿਉਂਕਿ ਜੇ ਮਨੁੱਖ ਦੇ ਕੋਲ ਪਾਵਰ ਹੋਵੇ ਨਾ, ਇਹ ਸੋਚੇ ਮੈਂ ਸਾਰੀ ਦੁਨੀਆ ਆਪਣੇ ਕਬਜ਼ੇ 'ਚ ਕਰ ਲਵਾਂ, ਪਰ ਮਨੁੱਖ ਦੀ ਨਹੀਂ ਚੱਲਦੀ, ਕੁਦਰਤ ਦੇ ਨਿਯਮਾਂ ਦੀ, ਰੱਬ ਦੀਆਂ ਸ਼ਕਤੀਆਂ ਦੀ ਚੱਲਦੀ। ਜੋ ਤਿਸ ਭਾਵੈ ਸੋਈ ਕਰੇ। ਰੱਬ ਨੂੰ ਜੋ ਪਾਉਂਦਾ ਹੈ ਉਹ ਹੁੰਦਾ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਕੁਝ ਨਹੀਂ ਕਰਨਾ। ਅਸੀਂ ਉਸ ਤਰ੍ਹਾਂ ਦਾ ਜੀਵਨ ਜਿਉਣਾ ਜਿਹੜਾ ਰੱਬ ਨੂੰ ਭਾ ਜਾਏ। ਅਣਜਾਣਤ ਵਿਖਿਆ ਮਹਿ ਰਚੈ। ਜਿਹੜਾ ਮਨੁੱਖ ਸੋਝੀ ਨਹੀਂ, ਦੁਨਿਆਵੀ ਰਸਾਂ ਕਸਾਂ ਨੂੰ, ਐਂਟਰਟੇਨਮੈਂਟ ਨੂੰ ਹੀ ਸਭ ਕੁਝ ਮੰਨ ਲਿਆ, ਦੁਨਿਆਵੀ ਪ੍ਰਾਪਤੀਆਂ ਨੂੰ ਹੀ ਸਭ ਕੁਝ ਮੰਨ ਲਿਆ, ਵਿਸ਼ੇ ਵਿਕਾਰਾਂ ਦੀ ਜ਼ਹਿਰ ਵਿੱਚ ਫਸ ਜਾਂਦਾ ਹੈ। ਚਿੰਤਾ ਦੁੱਖਾਂ ਦੀ ਘੁੰਮਣ ਘੇਰੀ ਦੀ ਜ਼ਹਿਰ ਵਿੱਚ ਫਸ ਜਾਂਦਾ ਹੈ। ਜੇ ਜਾਨ ਤੇ ਆਪਣੇ ਆਪ ਬਚੈ। ਜੇ ਉਹ ਚਾਹੁੰਦਾ ਹੈ ਕਿ ਮੈਂ ਆਪੇ ਇਸ ਤੋਂ ਬਚ ਜਾਵਾਂਗਾ, ਆਪੇ ਨਹੀਂ ਬਚ ਸਕੇਗਾ। ਭਰਮੇ ਭੁੱਲਾ ਦਹ ਦਿਸ ਧਾਵੈ। ਭਟਕਿਆ ਹੋਇਆ, ਭੁੱਲਿਆ ਹੋਇਆ, ਉਹ ਜਿੰਨੇ ਯਤਨ ਕਰਦਾ ਹੋਰ ਫਸਦਾ ਜਾਂਦਾ ਹੈ। ਗੁਰਬਾਣੀ ਨੇ ਸਿਖਾ ਦਿੱਤਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਫੋਲੋ ਕਰ, ਅੰਦਰੋਂ ਨਜ਼ਰ ਬਦਲ, ਬਾਹਰ ਨਜ਼ਾਰਾ ਬਦਲ ਜਾਏਗਾ। ਹਮੇਸ਼ਾ ਜ਼ਿੰਦਗੀ ਜਿਉਈਏ, ਉਹ ਕਰਮ ਕਰੀਏ ਜਿਹੜੇ ਗੁਰੂ ਪਿਤਾ ਨੂੰ ਬਹੁਤ ਚੰਗੇ ਲੱਗਦੇ ਨੇ, ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ। ਨਹੀਂ ਤੇ ਮਨੁੱਖ ਭਟਕਿਆ ਹੋਇਆ, ਸਾਰੇ ਪਾਸੇ ਫਸਦਾ ਤੁਰਿਆ ਜਾ ਰਿਹਾ ਹੈ। ਨਿਮਖ ਮਾਹੇ ਚਾਰ ਕੁੰਟ ਫਿਰਾਵੈ। ਇੱਕ ਛਿਨ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਮਨ ਭਟਕਦਾ, ਆਹ ਕਰ ਲਵਾਂ, ਉਹ ਕਰ ਲਵਾਂ, ਆਹ ਕਰ ਲਵਾਂ। ਇੱਦਾਂ ਨਹੀਂ ਬਾਤ ਬਣੇਗੀ। ਕਰ ਕਿਰਪਾ ਜਿਸ ਭਗਤ ਆਪਣੀ ਭਗਤ ਦੇ। ਜਦੋਂ ਕਿਸੇ ਨੂੰ ਭਗਤੀ ਦੀ ਦਾਤ ਮਿਲਦੀ ਹੈ, ਗੁਰਮਤਿ ਦੀ ਭਗਤੀ ਕੀ ਹੈ? ਭੱਬੇ ਤੋਂ ਦੋ ਗੁਣ ਨੇ, ਰੱਬ ਦੇ ਭੈ ਵਿੱਚ ਤੇ ਰੱਬ ਦੇ ਭਾਵ ਵਿੱਚ, ਪਿਆਰ ਵਿੱਚ। ਵਾਹਿਗੁਰੂ ਜੀ ਦਾ ਪਿਆਰ ਤੇ ਉਹਦਾ ਅਦਬ ਆਪਣੇ ਮਨ ਵਿੱਚ ਵਸਾ ਕੇ ਰੱਖਣਾ। ਗੱਗੇ ਤੋਂ ਉਹਦੇ ਗੁਣਾਂ ਵਾਲਾ ਜੀਵਨ ਜਿਉਣਾ ਤੇ ਗੁਣਾਂ ਨਾਲ ਪਰਉਪਕਾਰ ਕਰਨਾ। ਸੱਤਾ ਤੇਰੀ ਦੀ ਭਾਵਨਾ, ਸਭ ਕੁਝ ਤੇਰਾ ਹੈ। ਸ਼ੁਕਰਾਨਾ, ਆਪਣੇ ਆਪ ਨੂੰ ਨਿਮਰਤਾ ਵਿੱਚ, ਸਬਰ ਸੰਤੋਖ ਵਿੱਚ, ਮੇਰਾ ਆਪਣਾ ਕੁਝ ਵੀ ਨਹੀਂ। ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਉਹਨਾਂ ਦਾ ਜੀਵਨ ਬਖਸ਼ਿਸ਼ ਦਾ ਪਾਤਰ ਬਣਦਾ, ਉਹ ਬਖਸ਼ਿਸ਼ ਕਰਕੇ ਦਿੰਦਾ। ਅਸੀਂ ਯਤਨ ਕਰਨੇ ਨੇ, ਸਾਡਾ ਜੀਵਨ ਗੁਰੂ ਨੂੰ ਚੰਗਾ ਲੱਗੇ, ਸਾਡੇ ਕਰਮ ਗੁਰੂ ਸਾਹਿਬ ਨੂੰ ਚੰਗੇ ਲੱਗੇ।
ਵਾਹਿਗੁਰੂ ਪਿਆਰੇ ਜੀ ਨੂੰ ਬਹੁਤ ਚੰਗੇ ਲੱਗੇ। ਜਦੋਂ ਉਹਨੂੰ ਪਾ ਜਾਂਦਾ, ਉਹ ਕਿਰਪਾ ਕਰਦਾ ਹੈ। ਕਿਰਪਾ ਤੋਂ ਬਿਨਾਂ ਨਹੀਂ ਹੋ ਸਕੇਗਾ। ਨਾਨਕ ਤੇ ਜਨ ਨਾਮ ਮਿਲੇ, ਤੇ ਨਾਨਕ ਜੀ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਰੱਬ ਦਾ ਨਿਜ਼ਮ ਵੀ ਨਾਮ ਹੈ। ਉਹ ਨਿਜ਼ਮ ਵਿੱਚ ਚੱਲਦੇ ਨੇ। ਗੁਰਬਾਣੀ ਦੀਆਂ ਸਿੱਖਿਆਵਾਂ, ਰੱਬੀ ਉਪਦੇਸ਼ਾਂ ਨੂੰ ਫੋਲੋ ਕਰਦੇ। ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ ਵੀ ਗਿਆਨ ਰੂਪੀ ਨਾਮ ਹੈ। ਉਹਨੂੰ ਜ਼ਿੰਦਗੀ 'ਚ ਜਿਉਣਾ, ਗਿਆਨ ਰੂਪੀ ਨਾਮ ਨੂੰ ਜਪਣਾ ਹੈ। ਫਿਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਭੈ ਭਾਵ ਨਹੀਂ, ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ, ਚਾਕਰ ਬਣ ਜਾਂਦੇ ਨੇ, ਫਿਰ ਨਾਮ ਦੀ ਦਾਤ ਦਿੰਦੇ ਨੇ ਵਾਹਿਗੁਰੂ ਜੀ। ਤਿਨ ਮਹਿ ਨੀਚ ਕੀਟ ਕਉ ਰਾਜ, ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ, ਵਾਹਿਗੁਰੂ ਜੀ ਦੀਆਂ ਸ਼ਕਤੀਆਂ ਤਾਂ ਐਸੀਆਂ ਨੇ। ਕੋਈ ਕੀੜੇ ਵਰਗਾ ਨੀਚ, ਨਿਮਾਣਾ, ਕਮਜ਼ੋਰ ਹੋਵੇ, ਉਹਨੂੰ ਇੱਕ ਛਿਨ ਵਿੱਚ ਰਾਜ ਦਿਵਾ ਸਕਦੇ। ਇਸ ਲਈ ਕਦੇ ਉਦਾਸ ਨਹੀਂ ਹੋਣਾ, ਕਦੀ ਢੇਰੀਆਂ ਨਹੀਂ ਢਾਉਣੀਆਂ ਕਿ ਮੇਰੇ ਤੋਂ ਕੁਝ ਨਹੀਂ ਹੋਣਾ। ਨਹੀਂ, ਰੱਬ ਨੂੰ ਸਮਰਪਿਤ ਹੋਣਾ। ਰੱਬ ਦੀ ਕਲਾ, ਗੁਰੂ ਦੀ ਕਲਾ ਸਭ ਕੁਝ ਕਰ ਸਕਦੀ ਹੈ। ਆਰ ਬ੍ਰਹਮ ਗਰੀਬ ਨਿਵਾਸ, ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬਾਂ ਤੇ ਬਖਸ਼ਿਸ਼ ਕਰਨ ਵਾਲੇ ਨੇ। ਉਹ ਨਿਮਾਣਿਆਂ ਤੇ ਰਹਿਮਤ ਕਰਦੇ ਨੇ। ਜਿੰਨੀ ਅੰਦਰ ਨਿਮਰਤਾ ਆਏਗੀ, ਜਿੰਨਾ ਅੰਦਰੋਂ ਹੰਕਾਰ ਮਿਟੇਗਾ, ਉਹਨਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣ ਜਾਏਗਾ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਜਿਹੜਾ ਮਨੁੱਖ, ਉਹਦੇ ਕੋਲੇ ਕਲਾ ਵੀ ਹੁੰਦੀ ਹੈ, ਸਭ ਕੁਝ ਹੁੰਦਾ, ਲੋਕਾਂ ਦੀ ਨਜ਼ਰ 'ਚ ਹੀ ਨਹੀਂ ਆ ਰਿਹਾ, ਉਹਨੂੰ ਪੁੱਛਦਾ ਕੋਈ ਨਹੀਂ। ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ ਤਾਂ ਦੁਨੀਆ ਤੇ ਪ੍ਰਗਟ ਹੋ ਜਾਂਦਾ, ਭਾਵ ਫੇਮਸ ਹੋ ਜਾਂਦਾ, ਪ੍ਰਸਿੱਧ ਹੋ ਜਾਂਦਾ, ਸਾਰਿਆਂ ਦੇ ਦਿਲਾਂ ਤੇ ਰਾਜ ਕਰਦਾ ਉਹ। ਜਾ ਕੋ ਆਪਣੀ ਕਰੈ ਬਖਸ਼ੀਸ, ਜਿਨ੍ਹਾਂ ਤੇ ਵਾਹਿਗੁਰੂ ਜੀ ਆਪਣੀ ਬਖਸ਼ਿਸ਼ ਕਰਦੇ ਨੇ। ਤਾਂ ਕਾ ਲੇਖਾ ਨਾ ਗਨੈ ਜਗਦੀਸ਼, ਉਹਦੇ ਪਿਛਲੇ ਔਗਣਾਂ ਨੂੰ ਨਹੀਂ ਫਰੋਲਦੇ ਵਾਹਿਗੁਰੂ ਸੱਚੇ ਪਾਤਸ਼ਾਹ, ਜਗਤ ਦੇ ਈਸ਼, ਜਗਤ ਦੇ ਮਾਲਕ। ਮਨੁੱਖ ਕਿਸੇ ਦੀ ਗਲਤੀ ਦੇਖਦਾ, ਉਹਨੂੰ ਭੁਲਾਉਂਦਾ ਹੀ ਨਹੀਂ, ਆਪਣੇ ਮਨ ਤੇ ਚੁੱਕੀ ਰੱਖਦਾ ਹੈ। ਹੋ ਸਕਦਾ ਤੁਸੀਂ ਜਿਹੜੀ ਗਲਤੀ ਅੱਜ ਉਹਦੀ ਦੇਖੀ, ਉਹਨੇ ਆਪਣੀ ਗਲਤੀ 'ਚ ਸੁਧਾਰ ਕਰ ਲਿਆ ਹੋਵੇ, ਪਰ ਉਹ ਉਸ ਨੂੰ ਸਦਾ ਰੱਖਦੇ ਨੇ। ਇੱਕ ਵਾਰੀ ਮਲੇਸ਼ੀਆ ਦੇ ਵਿੱਚ ਇੱਕ ਸ਼ਹਿਰ ਹੈ ਈਪੋ, ਉੱਥੋਂ ਦੇ ਗੁਰੂ ਪਿਆਰੇ ਭਾਈ ਬਲਦੇਵ ਸਿੰਘ ਜੀ, ਉਹਨਾਂ ਦੇ ਪਿਤਾ ਜੀ ਹੋਰੀ ਉੱਥੇ ਮੈਂਟਲ ਹਸਪੀਟਲ ਦੇ ਵਿੱਚ ਬਹੁਤ ਲੰਬੇ ਕਈ ਸਾਲ ਹਸਪੀਟਲ ਵਿੱਚ ਵਰਕ ਕਰਦੇ ਰਹੇ ਨੇ। ਇੱਕ ਦਿਨ ਮੈਨੂੰ ਦਿਖਾਉਣ ਲੈ ਗਏ। ਉੱਥੇ ਇੱਕ ਪਾਸੇ ਬੜੀ ਸੋਹਣੀ ਕਲੋਨੀ ਬਣੀ ਹੋਈ, ਉੱਥੇ ਜਿਹੜੇ ਬਜ਼ੁਰਗ ਸਨ, ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਬਾ ਕਮਾਲ ਗੱਲਾਂ ਕਰ ਰਹੇ ਸੀ, ਸਬਜੈਕਟ ਬੜੇ ਕਮਾਲ ਦੇ। ਮੈਂ ਪੁੱਛਿਆ ਕੌਣ ਨੇ, ਬਾਅਦ ਵਿੱਚ ਪੁੱਛਿਆ ਕੌਣ ਸਨ। ਕਹਿੰਦੇ ਇਹ ਉਹ ਪੇਸ਼ੈਂਟ ਨੇ ਜਿਹੜੇ ਪਹਿਲਾਂ ਮੈਂਟਲ ਸੀ, ਫਿਰ ਠੀਕ ਹੋ ਗਏ, ਇਹਨਾਂ ਦੀ ਮੈਮਰੀ ਡਿਵੈਲਪ ਹੋ ਗਈ ਹੈ, ਸਭ ਕੁਝ ਇੰਟੈਲੈਕਚੁਅਲ ਲੈਵਲ ਸਭ ਕੁਝ ਨਾਰਮਲ ਹੋ ਗਿਆ ਹੈ, ਇਸ ਲਈ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਨੇ। ਇਹਨਾਂ ਨੂੰ ਗਵਰਨਮੈਂਟ ਵੱਲੋਂ ਇੱਕ ਅਲੱਗ ਕਲੋਨੀ ਬਣਾ ਦਿੱਤੀ ਹੈ। ਪਤਾ ਜੀ ਕਿਉਂ? ਕਿਉਂਕਿ ਲੋਕ ਜਿਨ੍ਹਾਂ ਨੂੰ ਇੱਕ ਵਾਰੀ ਪਾਗਲ ਦੇਖ ਲੈਂਦੇ ਨੇ, ਮੈਂਟਲ ਦੇਖ ਲੈਂਦੇ ਨੇ, ਉਹ ਆਪਣੇ ਮਨ ਤੇ ਉਹਨਾਂ ਨੂੰ ਪਾਗਲ ਹੀ ਸਮਝਦੇ ਨੇ। ਉਹ ਕਹਿਣ ਲੱਗੇ ਜੇ ਇਹਨਾਂ ਨੂੰ ਅਲੱਗ ਨਾ ਰੱਖਿਆ ਗਿਆ ਤੇ ਲੋਕ ਉਸੇ ਤਰ੍ਹਾਂ ਬਿਹੇਵ ਕਰ ਕਰਕੇ ਆਪਣੀਆਂ ਨਜ਼ਰਾਂ ਨਾਲ, ਆਪਣੇ ਬਿਹੇਵੀਅਰ ਨਾਲ ਇਹਨਾਂ ਨੂੰ ਫਿਰ ਡਿਪਰੈਸ਼ਨ ਪੈਦਾ ਕਰ ਦੇਣਗੇ। ਕਿਉਂਕਿ ਮਨੁੱਖ ਕਿਸੇ ਦੇ ਔਗਣ ਨੂੰ ਬਾਰ-ਬਾਰ ਚਿਤਾਰਦਾ ਹੈ। ਜਦੋਂ ਬਾਰ-ਬਾਰ ਚਿਤਾਰਾਂਗੇ, ਉਹ ਮੈਂਟਲੀ ਦੁਖੀ ਹੁੰਦਾ ਹੈ, ਮੈਂਟਲੀ ਟੌਰਚਰ ਹੁੰਦਾ ਹੈ। ਇਸ ਲਈ ਇੱਥੇ ਸੁਝਾਅ ਦੇਵਾਂ, ਬੱਚੇ ਤੋਂ ਗਲਤੀ ਹੋ ਜਾਵੇ, ਉਹਨੂੰ ਕਦੀ ਵੀ ਬਾਰ-ਬਾਰ ਨਾ ਚਿਤਾਰੋ, ਕਿਉਂਕਿ ਉਹ ਦੁਖੀ ਹੁੰਦਾ ਬਾਰ-ਬਾਰ ਸੁਣ ਕੇ। ਰੱਬ ਦਾ ਸੁਭਾਅ ਦੇਖੋ, ਕਿਸੇ ਦਾ ਲੇਖਾ ਨਹੀਂ ਗਿਣਦਾ। ਜੇ ਸਾਡੀ ਭਾਵਨਾ ਸਿੱਧੇ ਪਾਸੇ ਤੁਰਨ ਦੀ ਹੈ, ਸਾਡੀ ਭਾਵਨਾ ਜੀਵਨ ਨੂੰ ਮੈਨੇਜ ਕਰਨ ਦੀ ਹੈ, ਤਾਂ ਉਹਨੇ ਪਿਛਲੀਆਂ ਗਲਤੀਆਂ ਨਹੀਂ ਦੇਖਣੀਆਂ। ਲੇਖਾ ਹੈ ਕਤਹਿ ਨ ਛੂਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਉਹ ਲੇਖਾ ਨਹੀਂ ਗਿਣਦਾ। ਜੀਉ ਪਿੰਡ ਸਭ ਤਿਸ ਕੀ ਰਾਸ, ਇਹ ਅੰਦਰਲਾ ਜੀਵਨ ਤੇ ਇਹ ਸਰੀਰ, ਜੀਉ ਅੰਦਰਲਾ ਜੀਵਨ, ਪਿੰਡ ਸਰੀਰ, ਸਭ ਵਾਹਿਗੁਰੂ ਜੀ ਦੀ ਦਿੱਤੀ ਹੋਈ ਪੂੰਜੀ ਹੈ, ਉਹਦੀ ਰਾਸ ਹੈ ਕਿ ਉਹਨੇ ਬੜੀ ਕੀਮਤੀ ਦਾਤ ਦਿੱਤੀ ਹੈ ਸਾਨੂੰ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਵਾਹਿਗੁਰੂ ਸੱਚੇ ਪਾਤਸ਼ਾਹ ਹਰ ਇੱਕ ਦੇ ਹਿਰਦੇ ਵਿੱਚ, ਹਰ ਇੱਕ ਥਾਂ ਤੇ ਸਮਾਏ ਹੋਏ ਨੇ।
ਉਹਨਾਂ ਨੇ ਹਰ ਇੱਕ ਦੇ ਅੰਦਰ ਸੋਝੀ ਪੈਦਾ ਕੀਤੀ ਹੋਈ ਹੈ। ਜਿਹਨੂੰ ਸੋਝੀ ਮਿਲ ਜਾਂਦੀ ਹੈ ਉਹਨੂੰ ਪ੍ਰਗਾਸ ਆਨੰਦ ਖੇੜਾ ਮਿਲ ਜਾਂਦਾ ਹੈ। ਹਰ ਇੱਕ ਨੂੰ ਦੇ ਰਹੇ ਨੇ, ਹਰ ਇੱਕ ਨੂੰ ਵੰਡ ਰਹੇ ਨੇ। ਕੋਈ ਪ੍ਰਾਪਤ ਕਰ ਜਾਂਦਾ, ਕੋਈ ਵਾਂਝਾ ਰਹਿ ਜਾਂਦਾ। ਆਪਣੀ ਬਣਤ ਆਪ ਬਣਾਈ, ਇਹ ਸਾਰਾ ਯੂਨੀਵਰਸ ਵਾਹਿਗੁਰੂ ਜੀ ਨੇ ਆਪਣੀ ਬਣਤ ਬਣਾਈ ਹੋਈ ਹੈ। ਕ੍ਰੀਏਟਰ ਹੈ, ਇਹ ਉਹਦੀ ਕ੍ਰੀਏਸ਼ਨ ਹੈ, ਸਾਰੀ ਕਿਰਤ ਹੈ ਵਾਹਿਗੁਰੂ ਜੀ ਦੀ। ਨਾਨਕ ਜੀਵੈ ਦੇਖ ਵਡਾਈ, ਵਾਹਿਗੁਰੂ ਜੀ ਦੇਖਦੇ ਨੇ, ਹਰ ਇੱਕ ਦੇ ਜੀਵਨ ਨੂੰ ਦੇਖਦੇ ਨੇ, ਹਰ ਵਰਤਾਰੇ ਨੂੰ ਵਾਚ ਆਊਟ ਕਰਦੇ ਨੇ, ਕਿਉਂਕਿ ਉਸੇ ਸ਼ਕਤੀ ਦੇ ਨਿਜ਼ਮ ਵਿੱਚ ਚੱਲ ਰਿਹਾ। ਇਹੋ ਤੇ ਉਹਦੀ ਵਡਿਆਈ ਹੈ। ਇਸ ਕਾ ਬਲ ਨਾਹੀਂ ਇਸ ਹੱਥ, ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਹਾਂ, ਉਦਮ ਕਰਨਾ ਮਨੁੱਖ ਨੇ, ਭਾਵਨਾਵਾਂ ਸ਼ੁੱਧ ਰੱਖਣੀਆਂ ਨੇ, ਨਿਸ਼ਾਨੇ ਸ਼ੁੱਧ ਰੱਖਣੇ ਨੇ, ਮਿਸ਼ਨ ਉੱਚੇ ਰੱਖਣੇ ਨੇ, ਗੁਰੂ ਦੀਆਂ ਨਜ਼ਰਾਂ ਦਾ ਪਾਤਰ ਬਣਨਾ ਹੈ, ਵਾਹਿਗੁਰੂ ਜੀ ਦੀਆਂ ਨਜ਼ਰਾਂ ਦਾ ਪਾਤਰ ਬਣਨਾ ਹੈ। ਰਿਜ਼ਲਟ ਵਾਹਿਗੁਰੂ ਜੀ ਦੇ ਹੱਥ ਵਿੱਚ। ਕਰਨ ਕਰਾਵਨ ਸਰਬ ਕੋ ਨਾਥ, ਵਾਹਿਗੁਰੂ ਸੱਚੇ ਪਾਤਸ਼ਾਹ ਉਹਨੇ ਸਾਰਾ ਕੁਝ ਪੈਦਾ ਕੀਤਾ ਹੈ। ਕਾਰਨ ਸ਼ਕਤੀਆਂ ਉਹਦੇ ਆਪਣੇ ਹੱਥ ਵਿੱਚ ਨੇ, ਇਹ ਸਾਰਿਆਂ ਦਾ ਮਾਲਕ ਹੈ। ਆਗਿਆਕਾਰੀ ਬਪਰਾ ਜੀਓ, ਅਸੀਂ ਤਾਂ ਜੀਵ ਤਾਂ ਵਿਚਾਰਾ ਹੈ, ਨਿਮਾਣਾ ਹੈ, ਉਹਦੇ ਨਿਜ਼ਮ ਵਿੱਚ ਚੱਲਣਾ ਪੈਣਾ ਹੈ। ਤੇ ਜੇ ਹੱਸ ਕੇ ਉਹਦੇ ਨਿਜ਼ਮ ਨੂੰ ਐਕਸੈਪਟ ਕਰਾਂਗੇ, ਜੇ ਜੋਇਫੁਲੀ ਐਕਸੈਪਟ ਕਰਾਂਗੇ, ਖਿੜੇ ਮੱਥੇ ਰੱਬੀ ਉਪਦੇਸ਼ਾਂ ਨੂੰ, ਗੁਰਬਾਣੀ ਸਿੱਖਿਆਵਾਂ ਨੂੰ ਖਿੜੇ ਮੱਥੇ ਮੰਨਾਂਗੇ, ਫਿਰ ਆਨੰਦ ਹੀ ਆਨੰਦ ਹੈ। ਜੋ ਤਿਸ ਭਾਵ ਹੈ ਸੋਈ ਫੁਨ ਥੀਓ, ਕਿਉਂਕਿ ਰਿਜ਼ਲਟ ਤਾਂ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਹੋਣਾ ਤਾਂ ਉਹ ਹੈ ਜੋ ਵਾਹਿਗੁਰੂ ਜੀ ਨੇ ਰਿਜ਼ਲਟ ਲਿਆਉਣਾ ਹੈ। ਪਤਾ ਯਤਨ ਕਰਨੇ ਨੇ, ਮਿਹਨਤ ਕਰਨੀ ਹੈ, ਉਦਮ ਕਰਨਾ ਹੈ, ਵੱਡੇ ਨਿਸ਼ਾਨੇ ਰੱਖਣੇ ਨੇ। ਪਰ ਮਨੁੱਖ ਦਾ ਮਨ ਕਬ ਹੂੰ ਊਚ ਨੀਚ ਮਹਿ ਬਸੈ, ਮਨ ਕਦੀ ਉੱਚਾ ਕਦੀ ਨੀਵਾਂ। ਜੀਵਨ ਵੀ ਜੇ ਮਨ ਉੱਚਾ ਹੈ, ਸੋਚ ਉੱਚੀ ਹੈ, ਸੁਭਾਅ ਉੱਚਾ ਹੈ, ਜੀਵਨ ਉੱਚਾ ਹੈ। ਸੋਚ ਨੀਵੀਂ ਹੋ ਗਈ, ਸੁਭਾਅ ਨੀਵਾਂ ਹੋ ਗਿਆ, ਵਿਚਾਰ ਨੀਵੇਂ ਹੋ ਗਏ, ਜੀਵਨ ਨੀਵਾਂ। ਹਰ ਇੱਕ ਦੇ ਅੰਦਰ ਵਾਹਿਗੁਰੂ ਜੀ ਵਸਦੇ ਨੇ, ਦੀ ਜੋਤ ਵਸਦੀ ਹੈ। ਕਬ ਹੂੰ ਸੋਗ ਹਰਖ ਸੰਗ ਰੰਗ ਹੱਸੈ, ਮਨੁੱਖ ਕਦੀ ਖੁਸ਼ੀਆਂ ਦੇ ਵਿੱਚ ਤੇ ਕਦੀ ਚਿੰਤਾ ਦੇ ਵਿੱਚ, ਕਦੀ ਹੱਸਦਾ ਹੈ, ਕਦੀ ਸੋਗ ਚਿੰਤਾ ਮਨਾਉਂਦਾ ਹੈ। ਤੇ ਵਾਹਿਗੁਰੂ ਜੀ ਅੰਦਰ ਨੇ, ਸਾਰਾ ਉਹਦਾ ਖੇਲ ਹੈ। ਕਬ ਹੂੰ ਨਿੰਦ ਚਿੰਦ ਵਿਵਹਾਰ, ਮਨੁੱਖ ਕਦੀ ਨਿੰਦਾ ਕਰਦਾ, ਦੂਸਰਿਆਂ ਦੇ ਵਰਤੋਂ ਵਿਵਹਾਰ ਨੂੰ, ਦੂਸਰਿਆਂ ਦੇ ਨੁਕਸ ਨੂੰ ਉਸਾਲਦਾ ਹੈ, ਉਹਨਾਂ ਦੀਆਂ ਕਮਜ਼ੋਰੀਆਂ ਦੀਆਂ ਬਾਤਾਂ ਕਰਦਾ ਹੈ। ਇਹ ਸਭ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਹੈ, ਕਿਉਂਕਿ ਉਹਦੀ ਜੋਤ ਹਰ ਇੱਕ ਦੇ ਅੰਦਰ ਹੈ, ਉਹਦਾ ਨਿਜ਼ਮ ਹਰ ਇੱਕ ਦੇ ਨਾਲ ਨਾਲ ਚੱਲ ਰਿਹਾ ਹੈ। ਕਬ ਹੂੰ ਊਬ ਆਕਾਸ਼ ਪਿਆਲ, ਕਦੀ ਉੱਤੇ ਕਦੀ ਨੀਵੇਂ, ਕਦੀ ਗਰਾਊਂਡ ਧਰਾਤਲ ਲੈਵਲ। ਇਸ ਤਰ੍ਹਾਂ ਦੀ ਅਵਸਥਾ ਮਨ ਦੀ, ਜੀਵਨ ਦੀ ਚੱਲਦੀ ਹੈ। ਹਰ ਇੱਕ ਅੰਦਰ ਵਾਹਿਗੁਰੂ ਜੀ ਨੇ ਸਭ ਉਹਦੇ ਵਰਤਾਰੇ ਨੇ। ਕਬ ਹੂ ਬੇਤਾ ਬ੍ਰਹਮ ਵਿਚਾਰ, ਕਦੀ ਬ੍ਰਹਮ ਦੀਆਂ ਵਿਚਾਰਾਂ ਕਰਦਾ ਮਨੁੱਖ, ਜੀਵਨ ਇਹੀ ਮਨ ਰੱਬੀ ਵਿਚਾਰਾਂ ਕਰਦਾ ਹੈ। ਨਾਨਕ ਆਪ ਮਿਲਾਵਣ ਹਾਰ, ਇਹ ਨਾਨਕ ਜੀ ਇਹ ਵਾਹਿਗੁਰੂ ਜੀ ਦੇ ਵਰਤਾਰੇ ਨੇ। ਜਿਸ ਤਰ੍ਹਾਂ ਦੀ ਭਾਵਨਾ ਹੈ, ਜਿਸ ਤਰ੍ਹਾਂ ਦੀ ਸੋਚ ਹੈ, ਜਿਸ ਤਰ੍ਹਾਂ ਦੇ ਜਜ਼ਬੇ ਨੇ, ਰੱਬ ਦੇ ਨਿਜ਼ਮ ਨੇ ਮਨੁੱਖ ਨੂੰ ਉਧਰਲੇ ਪਾਸੇ ਲਾ ਦੇਣਾ। ਕਬ ਹੂੰ ਨਿਰਤ ਕਰੈ ਬਹੁ ਭਾਂਤ, ਇਹ ਮਨ ਕਦੀ ਨਾਚ ਕਰਦਾ, ਬੜੇ ਤਰ੍ਹਾਂ ਦੇ ਨੱਚਦਾ ਟੱਪਦਾ। ਕਬ ਹੂੰ ਸੋਏ ਰਹਿ ਦਿਨ ਰਾਤ, ਦਿਨ ਰਾਤ ਅਚੇਤ ਅਵੇਸਲਾ, ਅਣਜਾਣ ਕੂਕ ਨੀਂਦ ਸੁੱਤਾ, ਅਨ ਅਵੇਅਰ, ਪਤਾ ਹੀ ਨਹੀਂ ਜੋ ਕਰਨਾ ਉਹ ਕਰ ਹੀ ਨਹੀਂ ਰਿਹਾ। ਬਿਜ਼ਨਸ ਦੇ ਲਈ ਸਭ ਕੁਝ ਕਰ ਰਿਹਾ ਹੈ, ਬੱਚਿਆਂ ਨੂੰ ਸੰਸਕਾਰ ਦੇਣ ਵਾਸਤੇ ਕਰ ਹੀ ਨਹੀਂ ਰਿਹਾ, ਕੂਕ ਸੁੱਤਾ ਪਿਆ। ਦੁਨਿਆਵੀ ਪ੍ਰਾਪਤੀਆਂ ਲਈ ਸਭ ਕੁਝ ਕਰ ਦਿੰਦਾ ਹੈ, ਦੂਜਿਆਂ ਨੂੰ ਖੁਸ਼ ਕਰਨ ਲਈ ਸਭ ਕੁਝ ਕਰ ਦਿੰਦਾ ਹੈ, ਆਪਣੇ ਪਰਿਵਾਰ ਲਈ, ਆਪਣੀ ਪਤਨੀ ਲਈ ਕੁਝ ਵੀ ਨਹੀਂ ਕਰ ਰਿਹਾ, ਪਰਿਵਾਰ ਨੂੰ ਟਾਈਮ ਨਹੀਂ ਦੇ ਰਿਹਾ, ਕੂਕ ਸੁੱਤਾ ਪਿਆ। ਹਰ ਇੱਕ ਦੇ ਅੰਦਰ ਰੱਬ ਦੀ ਜੋਤ ਹੈ, ਨਿਜ਼ਮ ਦਾ ਵਰਤਾਰਾ ਹੈ। ਕਬ ਹੂੰ ਮਹਾ ਕ੍ਰੋਧ ਵਿਕਰਾਲ, ਕਦੀ ਕਦੀ ਮਨ ਬੜੇ ਭਿਆਨਕ ਕ੍ਰੋਧ ਵਿੱਚ ਆ ਜਾਂਦਾ ਹੈ। ਕਬ ਹੂੰ ਸਰਬ ਕੀ ਹੋਤ ਰਵਾਲ, ਕਦੀ ਸਾਰਿਆਂ ਦੀ ਚਰਨ ਧੂੜੀ ਬਣ ਜਾਂਦਾ, ਨਿਮਰਤਾ ਵਿੱਚ ਆ ਜਾਂਦਾ। ਕਬ ਹੂੰ ਹੋਏ ਬਹਿ ਬੜ ਰਾਜਾ, ਕਦੀ ਆਪਣੇ ਆਪ ਨੂੰ ਵੱਡਾ ਰਾਜਾ ਸਮਝਦਾ ਹੈ, ਅਮੀਰ ਸਮਝਦਾ ਹੈ। ਕਬ ਹੂੰ ਭੇਖਾਰੀ ਨੀਚ ਕਾ ਸਾਜਾ, ਕਦੀ ਆਪਣੇ ਆਪ ਨੂੰ ਕਰਜ਼ਿਆਂ ਹੇਠ ਦੱਬਿਆ ਹੋਇਆ ਸਮਝਦਾ ਹੈ, ਭਿਖਾਰੀ ਸਮਝਦਾ ਹੈ। ਇਹ ਮਨ ਦੀਆਂ ਅਵਸਥਾਵਾਂ ਨੇ। ਮਨ ਵਾਹਿਗੁਰੂ ਜੀ ਦੀ ਜੋਤ ਦਾ ਸਰੂਪ ਹੈ, ਉਹਦੀ ਜੋਤ ਅੰਦਰ ਹੈ।
ਇਸ ਨਜ਼ਰੀਏ ਨਾਲ ਗੁਰੂ ਸਾਹਿਬ ਕਹਿੰਦੇ ਨੇ, ਸਭ ਉਸ ਜੋਤ ਦੇ ਵਾਹਿਗੁਰੂ ਜੀ ਦੇ ਵਰਤਾਰੇ ਨੇ। ਕਬ ਹੂੰ ਅਪ ਕੀਰਤ ਮਹਿ ਆਵੈ, ਕਦੀ ਕਿਸੇ ਦੀ ਬਦਨਾਮੀ ਹੁੰਦੀ ਹੈ ਅਪਕੀਰਤ। ਕਬ ਹੂੰ ਭਲਾ ਭਲਾ ਕਹਾਵੈ, ਕਦੀ ਕੋਈ ਚੰਗਾ ਕਹਾਉਂਦਾ ਹੈ, ਉਹਦੀ ਵਡਿਆਈ ਹੁੰਦੀ ਹੈ। ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਰੱਬ ਦਾ ਨਿਜ਼ਮ ਹੈ। ਜਿਸ ਤਰ੍ਹਾਂ ਦੀ ਭਾਵਨਾ, ਜਿਸ ਤਰ੍ਹਾਂ ਦੇ ਜਜ਼ਬੇ, ਜਿਸ ਤਰ੍ਹਾਂ ਦੇ ਵਿਚਾਰ, ਜਿਸ ਤਰ੍ਹਾਂ ਦੇ ਨਿਸ਼ਾਨੇ, ਜਿਸ ਤਰ੍ਹਾਂ ਦੀ ਮਿਹਨਤ, ਜਿਸ ਤਰ੍ਹਾਂ ਦਾ ਉਦਮ, ਉਸ ਤਰ੍ਹਾਂ ਦਾ ਇਹਦੇ ਤੇ ਨਿਜ਼ਮ ਲਾਗੂ ਹੋ ਜਾਂਦਾ ਤੇ ਵਾਹਿਗੁਰੂ ਜੀ ਉਸੇ ਤਰ੍ਹਾਂ ਇਹਨੂੰ ਰੱਖਦੇ ਨੇ। ਗੁਰ ਪ੍ਰਸਾਦ ਨਾਨਕ ਸੱਚ ਕਹੈ, ਇਹ ਨਾਨਕ ਜੀ ਸੱਚ ਇਹ ਹੈ ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਸਭ ਰਹਿਮਤਾਂ ਹੁੰਦੀਆਂ ਨੇ। ਸਾਨੂੰ ਸਾਰਿਆਂ ਨੂੰ ਉਹਦੀ ਬਖਸ਼ਿਸ਼ ਲੈਣ ਵਾਸਤੇ ਯਤਨ ਕਰਨੇ ਚਾਹੀਦੇ, ਮਿੱਠੀ ਜ਼ਬਾਨ ਰੱਖਣੀ ਚਾਹੀਦੀ ਹੈ, ਉਹਦੀ ਬਖਸ਼ਿਸ਼ ਮਿੱਠੀ ਜ਼ਬਾਨ ਨਾਲ ਮਿਲੇਗੀ। ਅੰਦਰ ਜ਼ਰਨ ਸ਼ਕਤੀ ਸਹਿਜ ਰੱਖਣਾ ਚਾਹੀਦਾ ਹੈ, ਇਹਦੇ ਨਾਲ ਉਹਦੀ ਬਖਸ਼ਿਸ਼ ਮਿਲੇਗੀ। ਅੰਦਰ ਸਬਰ ਸੰਤੋਖ ਚਾਹੀਦਾ ਹੈ, ਪਰਉਪਕਾਰ ਦਾ ਮਿਸ਼ਨ ਚਾਹੀਦਾ ਹੈ, ਆਪਾ ਵਾਰਨ ਦੀ ਭਾਵਨਾ ਚਾਹੀਦੀ ਹੈ, ਕੌਮ ਦੇ ਭਲੇ ਲਈ ਕੁਝ ਕਰਨ ਦਾ ਜਜ਼ਬਾ ਚਾਹੀਦਾ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ। ਇਸ ਨਾਲ ਬਖਸ਼ਿਸ਼ ਮਿਲੇਗੀ। ਮਨ ਜਿਹੜਾ ਹੈ, ਮਨ ਤੇ ਕਦੀ ਕਿੱਧਰ ਜਾਂਦਾ ਹੈ। ਕਬ ਹੋਏ ਪੰਡਿਤ ਕਰੇ ਬਖਿਆਨ, ਕਦੀ ਕਦਾਈ ਮਨੁੱਖ ਬੜਾ ਗਿਆਨਵਾਨ ਹੋ ਕੇ ਵਿਖਿਆਨ ਕਰਦਾ ਹੈ। ਕੋਈ ਆਪਣੇ ਆਪ ਨੂੰ ਪੰਡਿਤ ਕਹਾਉਂਦਾ ਹੈ, ਵਿਦਵਾਨ ਕਹਾਉਂਦਾ ਹੈ। ਕਬ ਹੂੰ ਮੌਨ ਧਾਰੀ ਲਾਵੈ ਧਿਆਨ, ਤੇ ਕਦੀ ਕੋਈ ਮੌਨ ਧਾਰਨ ਕਰਕੇ ਧਿਆਨ ਲਈ ਬੈਠਾ ਹੈ ਤੇ ਰੱਬ ਦੀ ਜੋਤ ਸਾਰਿਆਂ ਅੰਦਰ ਹੈ। ਇਹ ਸਭ ਰੱਬ ਦੇ ਵਰਤਾਰੇ ਨੇ। ਇੱਦਾਂ ਲੱਗਦਾ ਹੈ ਕਿ ਰੱਬ ਸਾਰਿਆਂ ਦੇ ਅੰਦਰ ਬੈਠਾ ਹੋਇਆ ਇਸ ਤਰ੍ਹਾਂ ਦੇ ਕੌਤਕ ਸਾਡੇ ਸਾਹਮਣੇ ਵਰਤ ਰਹੇ ਨੇ। ਕਬ ਹੂ ਤਟ ਤੀਰਥ ਇਸ਼ਨਾਨ, ਕੋਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਤੀਰਥਾਂ ਦੇ ਨਦੀਆਂ ਦੇ ਕਿਨਾਰਿਆਂ ਤੇ, ਧਾਰਮਿਕ ਸਥਾਨਾਂ ਤੇ। ਕਬ ਹੂੰ ਸਿੱਧ ਸਾਧਕ ਮੁਖ ਗਿਆਨ, ਕੋਈ ਸਾਧਨਾ ਕਰਦੇ ਨੇ, ਸਿੱਧ ਬਣਦੇ ਨੇ, ਕੋਈ ਮੁਖ ਤੋਂ ਗਿਆਨ ਪਰ ਜਿਹੜਾ ਲੋਕਾਂ ਨੂੰ ਸੁਣਾਉਂਦੇ ਨੇ। ਕਬ ਹੂੰ ਕੀਟ ਹਸਤ ਪਤੰਗ ਹੋਏ ਜੀ ਆ, ਇਹ ਸਭ ਵਾਹਿਗੁਰੂ ਜੀ ਦੇ ਵਰਤਾਰੇ ਨੇ। ਉਹਦੀ ਬਣਾਈ ਦੁਨੀਆ ਦੇ ਵਿੱਚ, ਉਹਦੇ ਨਿਜ਼ਮ ਵਿੱਚ ਚੱਲ ਰਹੀਆਂ ਖੇਡਾਂ ਨੇ। ਕਦੀ ਇਹ ਮਨ ਇੱਕ ਕੀੜੇ ਵਾਂਗ, ਕਦੀ ਹਾਥੀ ਵਾਂਗ, ਕਦੀ ਪਤੰਗੇ ਵਾਂਗ। ਕਿਧਰੇ ਉਹਨੇ ਕੀੜੇ ਪੈਦਾ ਕੀਤੇ ਨੇ, ਹਾਥੀ ਪੈਦਾ ਕੀਤੇ ਨੇ, ਪਤੰਗੇ ਪੈਦਾ ਕੀਤੇ ਨੇ, ਤੇ ਕਦੀ ਇਹ ਮਨ ਦੀਆਂ ਵੀ ਐਸੀਆਂ ਅਵਸਥਾਵਾਂ ਨੇ। ਅਨਕ ਜੋਨ ਭਰਮੈ ਭਰਮੀ ਹੈ। ਇਹ ਮਨ ਵੱਖ-ਵੱਖ ਜਾਨਵਰ, ਪਸ਼ੂਆਂ, ਪੰਛੀਆਂ ਦਾ ਸੁਭਾਅ ਆਪਣੇ ਅੰਦਰ ਰੱਖ ਲੈਂਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਇੱਦਾਂ ਇਹ ਮਨ ਭਰਮਦਾ ਹੈ, ਭਟਕਿਆ ਹੋਇਆ। ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਵੇਂ ਇੱਕ ਸਵਾਂਗ ਰਚਣ ਵਾਲਾ ਵੱਖ-ਵੱਖ ਰੂਪ ਧਾਰਦਾ, ਕਦੀ ਕੁਛ ਬਣ ਕੇ ਆਉਂਦਾ, ਕਦੀ ਕੁਛ ਬਣ ਕੇ ਆਉਂਦਾ ਹੈ। ਇੰਡੀਆ ਦੇ ਵਿੱਚ ਕੋਈ ਕ੍ਰਿਸ਼ਨ ਦਾ ਰੂਪ ਧਾਰਨ ਕਰਕੇ ਲੋਕਾਂ ਤੋਂ ਮੰਗਦਾ ਹੈ, ਕਦੀ ਉਹ ਕੋਈ ਰੂਪ ਧਾਰਨ ਕਰ ਆਉਂਦਾ, ਉਹਨੂੰ ਬਹੁ ਰੂਪੀਆ ਕਹਿੰਦੇ ਨੇ, ਸਵਾਂਗੀ। ਇਹ ਮਨ ਵੀ ਬਹੁ ਰੂਪੀਆ ਹੈ। ਇਹ ਮਨ ਰੱਬ ਦੀ ਜੋਤ ਹੈ। ਜਿੰਨੇ ਵੀ ਰੂਪ ਨੇ ਮਨੁੱਖ ਦੇ, ਜਿੰਨੇ ਵੀ ਕਿਸਮ ਦੇ ਸੁਭਾਅ ਨੇ, ਸੋਚਾਂ ਨੇ, ਜਿੰਨੇ ਕਿਸਮ ਦੇ ਕਰਮ ਨੇ, ਹਰ ਇੱਕ ਦੇ ਅੰਦਰ ਰੱਬ ਦੀ ਜੋਤ ਹੈ, ਉਹਦੇ ਵਰਤਾਰੇ ਨੇ। ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਰੱਬ ਨੇ ਤਾਂ ਤੇਰੀ ਭਾਵਨਾ ਦੇਖਣੀ, ਤੇਰੇ ਜਜ਼ਬੇ ਦੇਖਣੇ ਨੇ, ਤੇਰੇ ਅੰਦਰਲੀ ਸੋਚ ਮੰਡਲ, ਮਾਨਸਿਕ ਮੰਡਲ ਦਾ ਲੈਵਲ ਦੇਖਣਾ ਹੈ। ਤੇ ਰੱਬ ਦੇ ਨਿਜ਼ਮ ਨੇ ਤੈਨੂੰ ਉਸੇ ਪਾਸੇ ਲਾ ਦੇਣਾ ਜਿਸ ਤਰ੍ਹਾਂ ਦੀ ਤੇਰੇ ਅੰਦਰ ਦਿਸ਼ਾ ਹੋਏਗੀ, ਜਿਸ ਤਰ੍ਹਾਂ ਦੀ ਤੇਰੇ ਅੰਦਰ ਖਿੱਚ ਹੋਏਗੀ, ਜਿਸ ਤਰ੍ਹਾਂ ਦੀ ਭਾਵਨਾ ਹੋਏਗੀ, ਜਿਸ ਤਰ੍ਹਾਂ ਦੀ ਤੇਰੇ ਅੰਦਰ ਸੋਚ ਜਜ਼ਬੇ ਹੋਣਗੇ, ਤੇਰਾ ਜੀਵਨ ਉਸੇ ਤਰ੍ਹਾਂ ਨੱਚੇਗਾ। ਜੋ ਤਿਸ ਭਾਵੈ ਸੋਈ ਹੋਏ, ਕਿਉਂਕਿ ਰਿਜ਼ਲਟ ਤਾਂ ਵਾਹਿਗੁਰੂ ਜੀ ਦੇ ਹੱਥ ਵਿੱਚ। ਗੁਰਸਿੱਖਾਂ ਨੇ ਉਦਮ ਕਰਨਾ ਹੈ, ਆਪਾ ਵਾਰਨਾ, ਵਾਹਿਗੁਰੂ ਜੀ ਨੇ ਬਖਸ਼ਿਸ਼ ਦੇਣੀ ਹੈ। ਇਹਦਾ ਇਹ ਵੀ ਨਹੀਂ ਹੈ, ਇਹ ਦੇਖੋ ਕਨਸੈਪਟ ਬੜਾ ਕਮਾਲ ਦਾ ਹੈ ਕਿ ਅਸੀਂ ਕੁਝ ਕਰਾਂਗੇ ਫਿਰ ਬਖਸ਼ਿਸ਼ ਮਿਲੇਗੀ, ਜਾਂ ਬਖਸ਼ਿਸ਼ ਮਿਲੇਗੀ ਫਿਰ ਅਸੀਂ ਕੁਝ ਕਰਾਂਗੇ। ਇੱਕ ਸਵਾਲ ਹੈ ਮਨੁੱਖ ਦੇ ਮਨ ਵਿੱਚ। ਸੁਖਮਨੀ ਸਾਹਿਬ ਦੀ ਬਾਣੀ ਇਸ ਦਾ ਜਵਾਬ ਦਿੰਦੀ ਹੈ। ਇੱਕ ਕੰਮ ਤੈਨੂੰ ਕਰਨਾ ਪਵੇਗਾ, ਉਹਦੇ ਨਾਲ ਰਿਲੇਟਡ ਵਾਹਿਗੁਰੂ ਜੀ ਨੇ ਕਰ ਦੇਣਾ। ਗੁਰ ਕਾ ਸਿੱਖ ਬੇਕਾਰ ਤੇ ਹਟ ਹੈ, ਤੂੰ ਬੇਕਾਰਾਂ ਵਾਲੇ ਪਾਸੇ ਤੋਂ ਹਟਣ ਦਾ ਯਤਨ ਕਰ, ਹੰਕਾਰ ਨਾ ਕਰ, ਲੋਭ ਲਾਲਚ ਨਾ ਕਰ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰੂ ਨੇ ਬਖਸ਼ਿਸ਼ ਕਰ ਦੇਣੀ ਹੈ, ਤੇਰੇ ਬੰਧਨ ਕੱਟ ਦੇਣੇ। ਭਾਵਨਾ ਤੇਰੇ ਅੰਦਰ ਆਏਗੀ, ਫਲ ਵਾਹਿਗੁਰੂ ਜੀ ਨੇ ਲਾਉਣਾ। ਜਜ਼ਬੇ ਤੇਰੇ ਅੰਦਰ ਪੈਦਾ ਹੋਣਗੇ, ਫਲ ਵਾਹਿਗੁਰੂ ਜੀ ਨੇ ਲਾਉਣਾ।
ਉਹਨਾਂ ਜਜ਼ਬਿਆਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਤੇਰੇ ਅੰਦਰ ਬਖਸ਼ਿਸ਼ ਕਰਨੀ ਹੈ। ਇਸ ਲਈ ਰਿਜ਼ਲਟ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਹੰਕਾਰ ਨਹੀਂ ਕਰਨਾ ਕਿ ਮੇਰੇ ਕਰਕੇ ਹੋਇਆ। ਇੱਕ ਵਿਦਿਆਰਥੀ ਸਟੂਡੈਂਟ ਮਿਹਨਤ ਕਰਦਾ, ਸਾਰੀ ਰਾਤ ਜਾਗਦਾ ਹੈ, ਸਖਤ ਮਿਹਨਤ ਕਰਕੇ ਜਦੋਂ ਉਹਨੂੰ ਡਿਗਰੀ ਮਿਲਦੀ ਹੈ, ਮੈਰਿਟ ਲਿਸਟ ਵਿੱਚ ਹੁੰਦਾ ਹੈ, ਤਾਂ ਉਹਦਾ ਕ੍ਰੈਡਿਟ ਆਪਣੇ ਟੀਚਰ ਨੂੰ ਦਿੰਦਾ, ਕਹਿੰਦਾ ਮੇਰੇ ਟੀਚਰ ਦੇ ਸਦਕੇ ਹੋਇਆ ਹੈ, ਇਹਨੇ ਮੈਨੂੰ ਪੜ੍ਹਾਇਆ। ਇਸ ਲਈ ਗੁਰਸਿੱਖ ਨੇ ਮਿਹਨਤ ਕਰਨੀ ਹੈ, ਆਪਾ ਵਾਰਨਾ ਹੈ, ਕ੍ਰੈਡਿਟ ਗੁਰੂ ਨੂੰ ਦੇਣਾ ਕਿਉਂਕਿ ਗੁਰੂ ਦੇ ਕਰਕੇ ਹੋਇਆ। ਕ੍ਰੈਡਿਟ ਵਾਹਿਗੁਰੂ ਜੀ ਨੂੰ ਦੇਣਾ ਕਿਉਂਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਕਰਕੇ ਹੋਇਆ। ਨਾਨਕ ਦੂਜਾ ਅਵਰ ਨਾ ਕੋਏ, ਵਾਹਿਗੁਰੂ ਤੋਂ ਬਿਨਾਂ ਦੂਜਾ ਹੋਰ ਕੋਈ, ਵਾਹਿਗੁਰੂ ਜੀ ਤੋਂ ਬਿਨਾਂ ਪਰ ਕੋਈ ਵੀ ਨਹੀਂ ਜਿਹਦੇ ਤੇ ਉਮੀਦਾਂ ਹੋਣ। ਉਹਦੀ ਬਖਸ਼ਿਸ਼ ਤੋਂ ਬਿਨਾਂ ਜੀਵਨ ਸੁਖੀ ਨਹੀਂ। ਸਤਿਗੁਰੂ ਰਹਿਮਤ ਕਰ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ